ਭਾਰਤ ਉਹ ਦੇਸ਼ ਜਿੱਥੇ ਹਜ਼ਾਰਾਂ ਹੀ ਸੁਤੰਤਰਤਾ ਸੈਲਾਨੀਆਂ ਨੇ ਆਪਣੀ ਜਾਨ ਦੀ ਪਰਵਾਹ ਕਰੇ ਬਿਨਾਂ ਇਸ ਮੁਲਕ ਨੂੰ ਸੁਤੰਤਰਤਾ ਤੇ ਇਸ ਮੁਲਕ ਨੂੰ ਆਜ਼ਾਦ ਕਰਵਾਇਆ ਸੀ। ਜੀ ਹਾਂ, ਉਹਨਾਂ ਹੀ ਹਜ਼ਾਰਾਂ ਸੁਤੰਤਰਤਾ ਸੈਲਾਨੀਆਂ ਨੇ ਜੋ ਮੌਤ ਦੇ ਤੇ ਸ਼ਹਾਦਤ ਦੇ ਜਾਮ ਪੀਤੇ ਸੀ। ਉਹਨਾਂ ਦੇ ਵਿੱਚੋਂ ਅੱਜ 17 ਅਗਸਤ ਨੂੰ ਇੱਕ ਸ਼ਹੀਦ ਨੌਜਵਾਨ ਗੱਭਰੂ ਨੂੰ ਲੰਡਨ ਦੇ ਵਿੱਚ ਫਾਂਸੀ ਦੇ ਫੰਦੇ ਤੇ ਲਮਕਾ ਦਿੱਤਾ ਸੀ। ਜੀ ਹਾਂ, 17 ਅਗਸਤ 1909 ਨੂੰ ਮਦਨ ਲਾਲ ਢੀਂਗਰਾ ਨੂੰ ਜੋ 25 ਸਾਲ ਦਾ ਸੀ ਮਹਿਜ, ਉਸ ਨੂੰ ਲੰਡਨ ਦੇ ਵਿੱਚ ਫਾਂਸੀ ਦੇ ਫੰਦੇ ਤੇ ਲਮਕਾ ਦਿੱਤਾ ਸੀ। ਅੱਜ ਦੇ ਦਿਨ ਉਹਨਾਂ ਦਾ ਜੋ ਬਰਸੀ ਹੈ, ਅੱਜ ਦੇ ਦਿਨ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਉਹਨਾਂ ਦੇ ਆਈਡਲ ਗਦਰੀ ਬਾਬੇ ਤੇ ਕਰਤਾਰ ਸਿੰਘ ਸਰਾਭਾ ਤੇ ਉਹ ਲੈਨਨ ਨੂੰ ਆਪਣੇ ਆਈਡਲ ਮੰਨਦੇ ਸਨ। ਅੱਜ ਦੇ ਦਿਨ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀ ਲੰਡਨ ਦੇ ਵਿੱਚ। ਅੱਜ ਉਹਨਾਂ ਦੀ ਜੀਵਨੀ ਬਾਰੇ, ਉਹਨਾਂ ਦੇ ਕਾਰਨਾਮੇ ਬਾਰੇ ਅਤੇ ਉਹਨਾਂ ਵੱਲੋਂ ਜੋ ਪ੍ਰੇਰਣਾ ਦਿੱਤੀ ਗਈ ਸੀ ਨੌਜਵਾਨਾਂ ਨੂੰ, ਉਸ ਬਾਰੇ ਤੁਹਾਨੂੰ ਜਾਣੂ ਕਰਵਾਵਾਂਗੇ। ਆਓ ਚੇਤੇ ਕਰੀਏ ਉਸ ਸ਼ਹੀਦ ਨੂੰ ਜਿਸ ਨੇ ਕਿਹਾ ਸੀ ਕਿ ਦੇਸ਼ ਵਾਸੀ ਜਦੋਂ ਵੀ ਆਜ਼ਾਦੀ ਦਾ ਉਤਸਵ ਮਨਾਉਣ ਤਾਂ ਇੱਕ ਵਾਰ ਸਾਨੂੰ ਯਾਦ ਜ਼ਰੂਰ ਕਰ ਲੈਣ। ਕੌੜੀ ਸੱਚਾਈ ਇਹ ਹੈ ਕਿ ਅਸੀਂ ਗੀਤ ਵੀ ਗਾਉਂਦੇ ਹਾਂ, ਮੇਲੇ ਵੀ ਲਾਉਂਦੇ ਹਾਂ, ਪਰ ਉਹਨਾਂ ਜਾਣੇ ਅਣਜਾਣੇ ਸ਼ਹੀਦਾਂ ਨੂੰ ਯਾਦ ਕਰਨਾ ਤਾਂ ਦੂਰ ਉਹਨਾਂ ਦਾ ਨਾਂ ਲੈਣਾ ਵੀ ਭੁੱਲ ਗਏ ਹਾਂ। ਇਹਨਾਂ ਸ਼ਹੀਦਾਂ ਦਾ ਇੱਕ ਹੀ ਟੀਚਾ ਸੀ, ਤਨ ਸਮਰਪਿਤ, ਮਨ ਸਮਰਪਿਤ, ਖੂਨ ਦਾ ਕਣ ਕਣ ਸਮਰਪਿਤ। ਭੂਮੀ ਦੇ ਲਈ ਉਹਨਾਂ ਨੇ ਆਪਣੀ ਜਾਨ ਨੂੰ ਸਮਰਪਿਤ ਕਰ ਦਿੱਤਾ ਸੀ। ਅਜਿਹੇ ਹੀ ਆਪਣਾ ਸਭ ਕੁਝ ਅਰਪਣ ਕਰਨ ਵਾਲੇ ਭਾਰਤ ਦੇ ਲਾਲ ਦਾ ਨਾਂ ਸੀ ਮਦਨ ਲਾਲ ਢੀਂਗਰਾ। ਉਸ ਬਾਰੇ ਕਦੇ ਮੈਡਮ ਕਾਮਾ ਨੇ ਇਹ ਕਿਹਾ ਸੀ ਕਿ ਸੁਤੰਤਰ ਭਾਰਤ ਦੇ ਹਰ ਚੌਕ ਚੁਰਾਹੇ ਵਿੱਚ ਮਦਨ ਲਾਲ ਦੇ ਬੁੱਤ ਲੱਗਣਗੇ ਅਤੇ ਦੇਸ਼ ਆਜ਼ਾਦ ਰਹੇਗਾ। ਬਦਕਿਸਮਤੀ ਇਹ ਰਹੀ ਕਿ ਦੇਸ਼ ਦਾ ਆਜ਼ਾਦ ਕਰਨ ਤਾਂ ਦੂਰ ਦੀ ਗੱਲ ਹੈ, ਉਸਦੇ ਨਗਰ ਵਾਸੀ ਹੀ ਉਸ ਨੂੰ ਭੁੱਲ ਗਏ ਹਨ। ਸ਼ਹੀਦ ਮਦਨ ਲਾਲ ਢੀਂਗਰਾ ਅੰਮ੍ਰਿਤਸਰ ਦੇ ਇੱਕ ਖੁਸ਼ਹਾਲ ਪਰਿਵਾਰ ਵਿੱਚ ਪੈਦਾ ਹੋਇਆ ਸੀ। ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਅਮੀਰ ਘਰਾਂ ਦੇ ਜਾਏ ਦੂਜਿਆਂ ਖਾਤਰ ਘੱਟ ਹੀ ਕੁਰਬਾਨ ਹੁੰਦੇ ਹਨ ਅਤੇ ਘੱਟ ਹੀ ਕੁਰਬਾਨੀ ਮਿਲਦੇ ਨੇ। ਇਸ ਦੇ ਉਲਟ ਮਦਨ ਲਾਲ ਢੀਂਗਰਾ ਦੇ ਦਿਲ ਵਿੱਚ ਦੇਸ਼ ਪਿਆਰ ਕੁੱਟ-ਕੁੱਟ ਕੇ ਭਰਿਆ ਹੋਇਆ ਸੀ ਅਤੇ ਉਹ ਆਪਣੀ ਵਤਨ ਖਾਤਰ ਮਰ ਮਿਟਣ ਲਈ ਹਰ ਵਕਤ ਤਿਆਰ ਰਹਿੰਦਾ ਸੀ। ਲਾਹੌਰ ਤੋਂ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਉਹ ਇੰਜੀਨੀਅਰ ਬਣ ਗਿਆ ਅਤੇ ਇੰਗਲੈਂਡ ਚਲਾ ਗਿਆ ਅਤੇ ਇੰਗਲੈਂਡ ਵਿੱਚ ਸਿੱਖਿਆ ਪ੍ਰਾਪਤ ਕਰਨ ਲੱਗਾ। ਲੰਡਨ ਵਿੱਚ ਮਦਨ ਲਾਲ ਢੀਂਗਰਾ ਨੇ ਦੇਖਿਆ ਕਿ ਕਾਰਜਨ ਵੈਲੀ ਨਾਂ ਦੀ ਇੱਕ ਅੰਗਰੇਜ਼ ਅਧਿਕਾਰੀ ਭਾਰਤੀ ਵਿਦਿਆਰਥੀਆਂ ਤੇ ਸੂਏ ਦੀ ਤਰ੍ਹਾਂ ਨਜ਼ਰ ਰੱਖਦੀ ਸੀ ਅਤੇ ਵਾਰ-ਵਾਰ ਉਹਨਾਂ ਨੂੰ ਅਪਮਾਨਿਤ ਵੀ ਕਰਦੀ ਸੀ। ਮਦਨ ਲਾਲ ਢੀਂਗਰਾ ਇੱਕ ਦੇਸ਼ ਭਗਤ ਭਾਰਤੀ ਹੋਣ ਦੇ ਨਾਤੇ ਇਹ ਸਭ ਕੁਝ ਸਹਿਣ ਨਹੀਂ ਕਰ ਸਕਿਆ। ਇਸ ਦੌਰਾਨ ਉਹ ਵੀਰ ਸਵਰਕ ਅਤੇ ਸਾਮੀ ਕ੍ਰਿਸ਼ਨ ਵਰਮਾ ਦੇ ਸੰਪਰਕ ਵਿੱਚ ਆਇਆ। ਭਾਰਤ ਭਵਨ ਦਾ ਇੱਕ ਅਹਿਮ ਮੈਂਬਰ ਬਣ ਗਿਆ ਅਤੇ ਮਨ ਹੀ ਮਨ ਸੰਕਲਪ ਕਰ ਲਿਆ ਕਿ ਭਾਰਤ ਮਾਂ ਲਈ ਆਪਣੇ ਜੀਵਨ ਦੀ ਆਹੂਤੀ ਦੇ ਦੇਵੇਗਾ। ਇੱਕ ਦਿਨ ਅਜਿਹਾ ਵੀ ਆਇਆ ਜਦ ਢੀਂਗਰਾ ਨੇ ਲੰਡਨ ਵਿੱਚ ਭਾਰਤ ਦੇ ਅਪਮਾਨ ਦਾ ਬਦਲਾ ਲਿਆ ਤੇ 1 ਜੁਲਾਈ 1909 ਨੂੰ ਇੱਕ ਵੱਡੇ ਪ੍ਰੋਗਰਾਮ ਵਿੱਚ ਕਾਰਜਨ ਵੈਲੀ ਨੂੰ ਗੋਲੀ ਮਾਰ ਦਿੱਤੀ। ਕਾਰਜਨ ਡਰ ਦੇ ਮਾਰੇ ਚੀਕ ਉੱਠਿਆ, ਪਰ ਇਸ ਤੋਂ ਪਹਿਲਾਂ ਕਿ ਕੋਈ ਉਸ ਨੂੰ ਬਚਾਉਣ ਲਈ ਦੌੜਦਾ, ਮਦਨ ਲਾਲ ਢੀਂਗਰਾ ਨੇ 2 ਗੋਲੀਆਂ ਦਾਗ ਕੇ ਵੈਲੀ ਦਾ ਕੰਮ ਤਮਾਮ ਕਰ ਦਿੱਤਾ। ਇਸ ਨਾਲ ਇੰਗਲੈਂਡ ਸਹਿਤ ਸਮੁੱਚੇ ਵਿਸ਼ਵ ਵਿੱਚ ਸਨਸਨੀ ਫੈਲ ਗਈ। ਇਸ ਨੂੰ ਕਿਸਮਤ ਦੀ ਤਰਾਸਦੀ ਹੀ ਕਹਿ ਸਕਦੇ ਹਾਂ ਕਿ ਮਦਨ ਲਾਲ ਢੀਂਗਰਾ ਦੇ ਪਿਤਾ ਨੇ ਅੰਗਰੇਜ਼ਾਂ ਨਾਲ ਵਫਾਦਾਰੀ ਨਿਭਾਉਂਦੇ ਹੋਏ ਆਪਣੇ ਬੇਟੇ ਦੇ ਕੰਮ ਦੀ ਨਿੰਦਾ ਕੀਤੀ ਸੀ ਅਤੇ ਉਸ ਦਾ ਪਿਤਾ ਹੋਣ ਤੇ ਖੁਦ ਨੂੰ ਸ਼ਰਮਸਾਰ ਹੋਣਾ ਪਿਆ ਸੀ। ਫਿਰ ਅੰਗਰੇਜ਼ਾਂ ਨੇ ਨਿੰਦਾ ਦੀ ਨੌਟਕੀ ਕਰਦੇ ਹੋਏ ਮਦਨ ਲਾਲ ਢੀਂਗਰਾ ਨੂੰ ਫਾਂਸੀ ਦੇਣ ਦਾ ਹੁਕਮ ਸੁਣਾ ਦਿੱਤਾ। ਲੰਡਨ ਦੀ ਪੈਟਨ ਵਿਲੇ ਜੇਲ੍ਹ ਵਿੱਚ 17 ਅਗਸਤ 1909 ਨੂੰ ਮਦਨ ਲਾਲ ਢੀਂਗਰਾ ਭਾਰਤ ਮਾਂ ਦੀ ਆਜ਼ਾਦੀ ਲਈ ਫਾਂਸੀ ਤੇ ਝੂਲ ਗਿਆ। ਢੀਂਗਰਾ ਦੀ ਤੀਬਰ ਇੱਛਾ ਸੀ ਕਿ ਉਸ ਦਾ ਅੰਤਿਮ ਬਿਆਨ ਫਾਂਸੀ ਤੋਂ ਪਹਿਲਾਂ ਹੀ ਦੁਨੀਆ ਤੱਕ ਪਹੁੰਚ ਜਾਵੇ। ਅੰਗਰੇਜ਼ਾਂ ਦੀ ਸਖਤੀ ਕਾਰਨ ਇਹ ਅਸੰਭਵ ਨਹੀਂ ਹੋ ਸਕਿਆ, ਪਰ ਲੰਡਨ ਵਿੱਚ ਸਥਿਤ ਕੁਝ ਦੇਸ਼ ਭਗਤ ਭਾਰਤ ਦੀ ਮਦਦ ਨਾਲ ਅਜਿਹਾ ਸੰਭਵ ਬਣ ਗਿਆ, ਜਿਸ ਕਾਰਨ ਅੰਗਰੇਜ਼ਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਢੀਂਗਰਾ ਦੁਆਰਾ ਵੈਲੀ ਦਾ ਕਤਲ ਕਰਨ ਦਾ ਆਇਰਲੈਂਡ ਵਿੱਚ ਹਾਂ ਪੱਖੀ ਪ੍ਰਤੀਕਰਮ ਹੋਇਆ। ਆਇਰਿਸ਼ ਲੋਕਾਂ ਨੇ ਆਇਰਲੈਂਡ ਮਦਨ ਲਾਲ ਢੀਂਗਰਾ ਦਾ ਸਨਮਾਨ ਕਰਦਾ ਹੈ ਆਦਿ ਤਖਤੇ ਨੂੰ ਪੂਰੇ ਦੇਸ਼ ਵਿੱਚ ਘੁਮਾਇਆ ਅਤੇ ਆਇਰਲੈਂਡ ਦੇ ਅਖਬਾਰਾਂ ਨੇ ਵੀ ਉਸ ਬਾਰੇ ਕਾਫੀ ਕੁਝ ਹਾਂ ਪੱਖੀ ਲਿਖਿਆ। ਪ੍ਰਸਿੱਧ ਕ੍ਰਾਂਤੀਕਾਰੀ ਚਿੰਤਕ ਲਾਲਾ ਹਰਦਿਆਲ ਨੇ ਵੰਦੇ ਮਾਤਰਮ ਪਤਰਿਕਾ ਵਿੱਚ ਲਿਖਿਆ, ਕਾਰਜਨ ਵੈਲੀ ਦੀ ਹੱਤਿਆ ਕਰਕੇ ਢੀਂਗਰਾ ਨੇ ਦਿਖਾ ਦਿੱਤਾ ਹੈ ਕਿ ਭਾਰਤ ਤੇ ਅੰਗਰੇਜ਼ਾਂ ਦੀ ਪਕੜ ਸਥਾਈ ਨਹੀਂ ਹੋ ਸਕੀ। ਇਸ ਪੱਤਰਿਕਾ ਵਿੱਚ ਉਸਨੇ ਢੀਂਗਰਾ ਦੀ ਹੌਸਲਾ ਅਫਜ਼ਾਈ ਕੀਤੀ ਸੀ।
ਇਸ ਬਹਾਦਰੀ ਲਈ ਉਸ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ, ਉਹ ਬਹਾਦਰੀ ਜੋ ਉਸਨੇ ਆਪਣੇ ਦੇਸ਼ ਨੂੰ ਦੁਸ਼ਮਣਾਂ ਨੂੰ ਮਾਰ ਸੁੱਟਣ ਵਿੱਚ ਦਿਖਾਈ। ਇੰਗਲੈਂਡ ਦੇ ਇੱਕ ਵਿਦਵਾਨ W ਵਲੰਟ ਨੇ ਆਪਣੀ ਪੁਸਤਕ ਮਾਈ ਡਾਇਰੀਜ਼ ਵਿੱਚ ਇੰਗਲੈਂਡ ਦੇ ਇੱਕ ਵਿਦਵਾਨ W ਵਲੰਟ ਨੇ ਆਪਣੀ ਪੁਸਤਕ ਮਾਈ ਡ੍ਰੀਮਜ਼ ਵਿੱਚ ਢੀਂਗਰਾ ਦੀ ਵੀਰਤਾ ਦੀ ਪ੍ਰਸ਼ੰਸਾ ਕੀਤੀ ਅਤੇ ਲਿਖਿਆ, ਕੋਈ ਵੀ ਬਲੀਦਾਨੀ ਅਜਿਹੀ ਸਾਹਸੀ ਨਹੀਂ ਦਿਖਾਇਆ ਦਿੰਦਾ ਜਿਸ ਨੇ ਮਦਨ ਲਾਲ ਢੀਂਗਰਾ ਦੀ ਤਰ੍ਹਾਂ ਹੌਸਲੇ ਨਾਲ ਜੱਜ ਦਾ ਸਾਹਮਣਾ ਕੀਤਾ ਹੋਵੇ। ਇਸ ਦੇ ਇਲਾਵਾ ਢੀਂਗਰਾ ਦੁਆਰਾ 10 ਜੁਲਾਈ 1909 ਨੂੰ ਦਿੱਤੇ ਗਏ ਬਿਆਨ ਦੇ ਅੰਤਿਮ ਸ਼ਬਦਾਂ ਨੂੰ ਪੜ੍ਹ ਕੇ ਇੰਗਲੈਂਡ ਦੇ ਭਾਵੀ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦੇ ਮੂੰਹੋਂ ਇਹ ਨਿਕਲਿਆ, ਇਹ ਦੇਸ਼ ਭਗਤੀ ਦੇ ਨਾਂ ਤੇ ਪ੍ਰਗਟਾਵੇ ਦੀ ਸਭ ਤੋਂ ਉਮਦਾ ਮਿਸਾਲ ਹੈ। ਇਹ ਅਜਿਹੇ ਸ਼ਬਦ ਹਨ ਜਿਨ੍ਹਾਂ ਨੂੰ ਸੁਣ ਕੇ ਯੂਨਾਨੀ ਲੇਖਕ ਪੁਲਾਟਾਰਕ ਦੇ ਅਮਰ ਵੀਰਾਂ ਦੀ ਯਾਦ ਆ ਜਾਂਦੀ ਹੈ। ਕ੍ਰਾਂਤੀਕਾਰੀ ਭਗਤ ਸਿੰਘ ਨੇ ਵੀ ਅੰਮ੍ਰਿਤਸਰ ਤੋਂ ਪ੍ਰਕਾਸ਼ਿਤ ਕੀਰਤੀ ਨਾਂ ਦੀ ਪੱਤਰਿਕਾ ਦੇ ਮਾਰਚ 1928 ਦੇ ਅੰਕ ਵਿੱਚ ਲਿਖਿਆ, ਦੁਨੀਆਦਾਰ ਆਮ ਆਦਮੀ ਕੀ ਜਾਣੇ, ਮੌਤ ਦੇ ਵਿਚਕਾਰ ਤੱਕ ਤੋਂ ਡਰਨ ਵਾਲੇ ਲੋਕ ਕਿੰਨੇ ਉੱਚੇ, ਕਿੰਨੇ ਪਵਿੱਤਰ ਅਤੇ ਕਿੰਨੇ ਪੂਜਨੀਕ ਹੁੰਦੇ ਹਨ। ਸੱਚ ਤਾਂ ਇਹ ਹੈ ਕਿ ਬਲੀਦਾਨੀ ਮਦਨ ਲਾਲ ਢੀਂਗਰਾ ਦੀ ਨਿਡਰਤਾ ਜੋ ਕਰਜਨ ਵੈਲੀ ਦੀ ਹੱਤਿਆ ਕਰਨ ਤੋਂ ਲੈ ਕੇ ਫਾਂਸੀ ਚੜ੍ਹਨ ਤੱਕ ਪ੍ਰਗਟ ਹੋਈ, ਉਸ ਨਾਲ ਪੂਰੀ ਦੁਨੀਆ ਦੇ ਰਾਸ਼ਟਰ ਭਗਤ ਉਸ ਦੀ ਬਹਾਦਰੀ ਅਤੇ ਦ੍ਰਿੜਤਾ ਦੇ ਕਾਇਲ ਹੋ ਗਏ। ਸਾਨੂੰ ਇਹ ਵੀ ਚੇਤੇ ਰੱਖਣਾ ਚਾਹੀਦਾ ਹੈ ਕਿ ਵੀਰਤਾ ਦਾ ਮਤਲਬ ਬੰਦੇ ਮਾਤਰਮ ਬਣਿਆ ਰਿਹਾ, ਜਿਸ ਦੀ ਗੂੰਜ ਦੁਨੀਆ ਭਰ ਵਿੱਚ ਫੈਲਾਉਂਦਾ ਹੋਇਆ ਇਹ ਵੀਰ 17 ਅਗਸਤ 1909 ਨੂੰ ਸ਼ਹਾਦਤ ਦਾ ਜਾਮ ਪੀ ਕੇ ਅਮਰ ਹੋ ਗਿਆ। ਜਿਸ ਵੀਰ ਨੇ ਬ੍ਰਿਟਿਸ਼ ਸਮਾਜ ਨੂੰ ਆਪਣੇ ਬਲੀਦਾਨ ਨਾਲ ਕੰਬਾ ਦਿੱਤਾ ਸੀ, ਪੰਜਾਬ ਅਤੇ ਭਾਰਤ ਸਰਕਾਰ ਅੱਜ ਤੱਕ ਉਸ ਜਨਮ ਸਥਾਨ ਵਿੱਚ ਉਸ ਦੀ ਢੁਕਵੀਂ ਯਾਦਗਾਰ ਤੱਕ ਨਹੀਂ ਬਣਾ ਸਕਿਆ। ਇਹ ਵਾਰਤਾਰਾ ਬੇਹੱਦ ਅਫਸੋਸਜਨਕ ਅਤੇ ਨਿੰਦਣਯੋਗ ਹੈ। ਆਓ ਅਸੀਂ ਸਾਰੇ ਇਸ ਦ੍ਰਿੜ ਸੰਕਲਪ ਲਈਏ ਕਿ ਭਾਰਤ ਮਾਤਾ ਦਾ ਮਾਣ ਵਧਾਉਣ ਅਤੇ ਦੇਸ਼ ਨੂੰ ਆਜ਼ਾਦ ਰੱਖਣ ਲਈ ਸਦਾ ਸਮਰੱਥ ਰਹਿਣ ਵਾਲੇ ਮਦਨ ਲਾਲ ਢੀਂਗਰਾ ਨੂੰ ਹਮੇਸ਼ਾ ਯਾਦ ਰੱਖੀਏ। ਬਿਊਰੋ ਰਿਪੋਰਟ, ਗਲੋਬ ਮੀਡੀਆ।